ओम शांति। सत श्री अकाल जी। मैं अमरजीत कौर दुआ आप जी ਦੇ ਸਾਹਮਣੇ ਇੱਕ ਓਂਕਾਰ ਇੱਕ ਪਰਮਾਤਮਾ ਦੀ ਇਸ ਪ੍ਰੋਗਰਾਮ ਵਿੱਚ ਸੈਸ਼ਨਸ ਦੇ ਵਿੱਚ ਅਸੀਂ ਰਲ ਕੇ ਗੁਰਬਾਣੀ ਦੇ ਵਿਚਾਰ ਕਰ ਰਹੇ ਹਾਂ। ਜਪਜੀ ਸਾਹਿਬ ਦੀ ਬਾਣੀ ਤੋਂ ਸ਼ੁਰੂ ਕਰ ਰਹੇ ਹਾਂ ਤੇ ਅਸੀਂ 6ਵੇਂ ਪੌੜੀ ਤੱਕ ਕਰ ਚੁੱਕੇ ਹਾਂ। ਉਸ ਇੱਕ ਓਂਕਾਰ ਇੱਕ ਪਰਮਾਤਮਾ ਦੀ ਗੱਲ ਹੋ ਰਹੀ ਹੈ ਤੇ ਉਸ ਇੱਕ ਨੂੰ ਪਛਾਣਨ ਵਾਸਤੇ ਆਪਾਂ ਆਪਣੇ ਆਪ ਨੂੰ ਪਛਾਣਿਆ। ਪਿਛਲੇ ਐਪੀਸੋਡ ਵਿੱਚ ਅਸੀਂ ਆਪਣੇ ਆਪ ਨੂੰ ਮਤ ਮਣਿਕ ਜਵਾਹਰ ਮਤ ਮਣਿਕ ਸਮਝਿਆ ਉਸ ਨੂੰ ਖੋਜ ਕੀਤੇ ਤੇ ਅੰਤ ਵਿੱਚ ਗੁਰਾ ਇੱਕ ਦੇ ਬੁਝਾਏ। ਮਤਲਬ ਇੱਕ ਗੱਲ ਜੇ ਅਸੀਂ ਗੁਰੂ ਦੀ ਅਕਾਲ ਪੁਰਖ ਦੀ ਇੱਕ ਵੀ ਗੱਲ ਅਸੀਂ ਸਮਝੀਏ, ਉਸ ਇੱਕ ਓਂਕਾਰ ਇੱਕ ਪਰਮ ਪਿਤਾ ਉਸ ਗੁਰਬਾਣੀ ਉਸ ਦੀ ਵਚਨ ਨੂੰ ਉਸ ਦੀ ਗੱਲ ਨੂੰ ਕਿ ਉਹ ਸਾਨੂੰ ਕੀ ਕਹਿ ਰਹੇ ਨੇ ਅਤੇ ਕਿਉਂ ਕਹਿ ਰਹੇ ਨੇ। ਅਤੇ ਮਹਾਨ ਆਤਮਾਏ ਗੁਰੂ ਨਾਨਕ ਵਰਗਾ ਜੀਸਸ ਬੁੱਧਾ ਬ੍ਰਹਮਾ ਬਾਬਾ ਇਨ ਮਹਾਨ ਆਤਮਾਏ ਨੂੰ ਅਕਾਲ ਪੁਰਖ ਨੇ ਕਿਉਂ ਭੇਜਿਆ, ਸਾਨੂੰ ਅਕਾਲ ਪੁਰਖ ਦੀ ਗੱਲ ਨੂੰ ਕਿਉਂ ਸਮਝਣਾ ਜ਼ਰੂਰੀ ਹੈ। ਆਪਾਂ ਇਸ ਪੌੜੀ ਦੇ ਵਿੱਚ ਹੁਣ 7ਵਾਂ ਪੌੜੀ ਦੇ ਵਿੱਚ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਿੰਨੀ ਜ਼ਰੂਰੀ ਹੈ ਗੁਰਬਾਣੀ। ਗੁਰੂ ਨੇ ਤਾਂ ਇੱਕ ਬਾਣੀ ਲਿਖੀ ਹੈ, ਐਵੇਂ ਨਹੀਂ ਲਿਖੀ। ਜੇ ਅਸੀਂ ਸਮਝਦੇ ਹਾਂ ਕਿ ਅਸੀਂ ਖੁਸ਼ ਹਾਂ ਅਤੇ ਉਹ ਖੁਸ਼ੀ ਠੀਕ ਹੈ ਕਿ ਝੂਠੀ ਖੁਸ਼ੀ ਹੈ। ਇਸ ਪੌੜੀ ਵਿੱਚ ਅਸੀਂ ਇਸ ਨੂੰ ਸਮਝਾਂਗੇ। ਜੇ ਜੁਗ ਚਾਰੇ ਆਰਜ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੇ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਇ ਕੇ ਜਸ ਕੀਰਤ ਜਗ ਲਈ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨ ਪੁੱਛੇ ਕੇ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ। ਤੇਹਾ ਕੋਈ ਨ ਸੁਝੀ ਜੇ ਤਿਸ ਗੁਣ ਕੋਈ ਕਰੇ। ਇਹ 7ਵੀਂ ਪੌੜੀ ਹੈ। ਅਸੀਂ ਪਹਿਲਾਂ ਹਾਫ ਨੂੰ ਸਮਝਾਂਗੇ। ਚਲੋ ਥੋੜ੍ਹਾ ਇੰਗਲਿਸ਼ ਟਰਾਂਸਲੇਸ਼ਨ ਇਸ 3 ਪੰਕਤੀਆਂ ਦੇ 4 ਪੰਕਤੀਆਂ ਦੇ ਪੜ੍ਹੀਏ ਅਤੇ ਫਿਰ ਇਸ ਨੂੰ ਅਸੀਂ ਸਮਝਾਂਗੇ, ਵਿਚਾਰ ਕਰਾਂਗੇ ਅਤੇ ਇਸ ਨੂੰ ਐਕਸਪੀਰੀਅੰਸ ਵੀ ਕਰਾਂਗੇ। If one's life is 4 lifetimes long, or were it even 10 times further along, and filled with all the greatness and good deeds, power, prestige, popularity, Guruji says, without the true inner connection, the true purity, without his approval and grace, irrelevant is such life which is bereft of this true base, for then one has accomplished nothing, is nothing, for in his eye that's equivalent only to an insect, a mere tiny being. ਇੰਨਾ ਕੁ ਸੁਣ ਕੇ ਅਸੀਂ ਸਮਝ ਚੁੱਕੇ ਹਾਂ, ਜਿਸਟ ਤੇ ਮਿਲ ਹੀ ਗਿਆ ਕਿ ਅਕਾਲ ਪੁਰਖ ਦੀ ਗੱਲ ਨੂੰ ਜੇ ਅਸੀਂ ਨਹੀਂ ਸਮਝਿਆ, ਉਸ ਅਕਾਲ ਪੁਰਖ ਨੂੰ ਪਹਿਚਾਣਿਆ ਨਹੀਂ, ਉਸ ਦੀ ਲੋੜ ਹੀ ਨਹੀਂ ਸਮਝਿਆ ਅਤੇ ਸਾਡੀ ਜ਼ਿੰਦਗੀ ਫਜ਼ੂਲ ਗਈ, ਇੱਕਦਮ ਫਜ਼ੂਲ, ਕੋਈ ਫਾਇਦਾ ਨਹੀਂ। ਗੁਰੂ ਕਹਿ ਰਹੇ ਨੇ, ਬੜੀ ਵੱਡੀ ਗੱਲ ਕਹਿ ਰਹੇ ਨੇ। ਇੱਥੇ ਗੁਰੂ ਕਹਿ ਰਹੇ ਨੇ ਜੇ ਜੁਗ ਚਾਰੇ ਆਰਜ ਹੋਰ ਦਸੂਣੇ, ਮਤਲਬ ਕਿ ਜੇ ਸਾਡੀ ਜ਼ਿੰਦਗੀ ਇੰਨੀ ਲੰਬੀ ਹੈ ਅਤੇ ਇਸ ਤੋਂ ਹੋਰ ਦਸੂਣੇ, ਇਸ ਤੋਂ ਡਬਲ ਵੀ ਹੋ ਜਾਏ, 10 ਗੁਣਾ ਵੀ ਹੋ ਜਾਏ, ਫਿਰ ਵੀ ਅਤੇ ਸਾਨੂੰ ਨਵਾਂ ਖੰਡ ਵਿੱਚ ਜਾਣੇ ਨਾਲ ਚਲੇ ਸਭ ਕੋਈ। ਮਤਲਬ ਕਿ ਸਾਨੂੰ ਨਵੇਂ ਖੰਡ ਵਿੱਚ ਵੀ ਜਾਣ ਨੂੰ ਮਿਲਦਾ ਹੈ ਅਤੇ ਅਸੀਂ ਫਿਰ ਵੀ ਨਾਲ ਚਲੇ ਸਭ ਕੋਈ ਅਤੇ ਸਾਨੂੰ ਇੰਨੇ ਪਾਵਰ ਪ੍ਰੈਸਟੀਜ ਨਾਮ ਸ਼ਾਨ ਸਭ ਕੁਛ ਮਿਲ ਜਾਏ, ਫਿਰ ਵੀ ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ। ਜੇ ਤਿਸ ਨਦਰ ਨਾ ਆਵੇ, ਜੇ ਅਸੀਂ ਉਸ ਨੂੰ ਪਹਿਚਾਣਿਆ ਨਹੀਂ, ਜੇ ਉਸ ਨੂੰ ਵੇਖਿਆ ਨਹੀਂ, ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ। ਫਿਰ ਕੀ ਫਾਇਦਾ ਜੇ ਅਸੀਂ ਉਸ ਇੱਕ ਨੂੰ ਪਹਿਚਾਣਿਆ ਨਹੀਂ, ਫਿਰ ਕੀ ਫਾਇਦਾ। ਗੁਰੂ ਜੀ ਪੁੱਛ ਰਹੇ ਨੇ ਸਾਨੂੰ। ਕੀਟਾਂ ਅੰਦਰ ਕੀਟ ਕਰ
ਦੋਸੀ ਦੋਸਤ ਤਰੇ। ਫਿਰ ਤੇ ਗੁਰੂ ਜੀ ਕਹਿੰਦੇ ਨੇ ਸਾਡੇ ਅਵਸਥਾ ਕੀੜਾ ਵਰਗਾ ਹੈ। ਇੱਥੇ ਗੁਰੂ ਸਾਨੂੰ ਕਹਿ ਰਹੇ ਨੇ ਕਿ ਉਸ ਦੀ ਦਰਗਾਹ ਵਿੱਚ ਅਸੀਂ ਕੀੜੇ ਮਕੌੜੇ ਵਰਗਾ ਬਣ ਜਾਵਾਂਗੇ। ਸਾਡੀ ਅਵਸਥਾ ਉਨੀ ਨੀਵੀਂ ਹੋ ਜਾਏਗੀ, ਇੰਨੀ ਛੋਟੀ ਹੋ ਜਾਏਗੀ ਜੇ ਆਪਾਂ ਉਸ ਦੀ ਨਦਰ, ਉਸ ਦੀ ਕਿਰਪਾ, ਉਸ ਨੂੰ ਹੀ ਨਹੀਂ ਸਮਝਿਆ। ਇਸ 2-3 ਲਾਈਨਾਂ ਵਿੱਚ ਅਸੀਂ ਸਮਝ ਜਾਂਦੇ ਹਾਂ ਕਿ ਗੁਰਬਾਣੀ, ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਅਕਾਲ ਪੁਰਖ ਦੇ ਵਚਨ ਕਰ ਰਹੇ ਨੇ ਕਿ ਅਕਾਲ ਪੁਰਖ ਨੂੰ ਸਮਝਣਾ ਸਿਰਫ ਇੱਕ ਸ਼ੌਂਕ ਨਹੀਂ, ਸਿਰਫ ਇੱਕ ਆਪਸ਼ਨ ਨਹੀਂ, ਬਲਕਿ ਆਕਸੀਜਨ ਹੈ। ਜਿਵੇਂ ਆਕਸੀਜਨ ਇਸ ਸਰੀਰ ਨੂੰ ਜ਼ਿੰਦਾ ਰੱਖ ਰਹੀ ਹੈ, ਜਿਵੇਂ ਆਤਮਾ ਇਸ ਸਰੀਰ ਵਿੱਚ ਰਹਿ ਕੇ ਲਾਈਫ ਐਨਰਜੀ, ਲਾਈਫ ਫੋਰਸ ਦੇ ਰਹੀ ਹੈ, ਇਸੇ ਤਰ੍ਹਾਂ ਅਕਾਲ ਪੁਰਖ ਨੂੰ ਸਮਝਣਾ ਜ਼ਿੰਦਗੀ ਦੀ ਸਫਲਤਾ, ਜ਼ਿੰਦਗੀ ਦੀ ਮਕਸਦ, ਜ਼ਿੰਦਗੀ ਨੂੰ ਫਲ ਪਾਣਾ। ਜੇ ਅਕਾਲ ਪੁਰਖ ਨੂੰ ਨਹੀਂ ਸਮਝੇ, ਉਸ ਦੀ ਨਦਰ ਨਹੀਂ ਸਮਝੇ, ਉਸ ਦੀ ਕਿਰਪਾ ਨਹੀਂ ਸਮਝੇ, ਉਸ ਦੀ ਗੱਲ ਨਹੀਂ ਸਮਝੀ, ਉਸ ਦੀ ਵਿਆਖਿਆ ਨਹੀਂ ਕੀਤੀ, ਉਸ ਦੀ ਵਿਚਾਰ ਨਹੀਂ ਕੀਤੀ, ਤੇ ਫਿਰ ਉਹ ਜ਼ਿੰਦਗੀ ਜੋ ਅਸੀਂ ਜੀ ਰਹੇ ਹਾਂ ਉਹ ਨਿਸ਼ਫਲ ਹੈ। ਉਹ ਇੱਕਦਮ ਕੀੜੀ ਮਕੌੜੇ ਵਰਗਾ ਜ਼ਿੰਦਗੀ ਹੈ। ਗੁਰੂ ਜੀ ਕਹਿ ਰਹੇ ਨੇ ਇੱਥੇ ਸਮਝੋ ਸਾਨੂੰ ਡਾਂਟ ਪੈ ਰਹੀ ਹੈ ਥੋੜੀ ਕੁ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ। ਇੰਨੇ ਦੋਸ਼ੀ ਅਸੀਂ ਹੋ ਜਾਂਦੇ ਹਾਂ। ਦੋਸ਼ ਦਾ ਮਤਲਬ ਕਿੰਨੀ ਅਸੀਂ ਗਲਤ ਕਰ ਰਹੇ ਹਾਂ। ਪਹਿਲੀ ਵਾਰੀ ਮਤਲਬ ਕਿ ਜਪਜੀ ਸਾਹਿਬ ਵਿੱਚ ਗੁਰੂ ਜੀ ਨੇ ਇੰਨੇ ਜ਼ੋਰ ਨਾਲ ਸਾਨੂੰ ਜ਼ਬਰਦਸਤੀ ਜਗਾਉਣ ਵਾਸਤੇ ਕਹਿ ਰਹੇ ਨੇ ਕਿ ਜਾਗ ਪੁੱਤਰ ਜਾਗ, ਜਾਗ ਮੋਹਨ ਪਿਆਰੇ ਜਾਗ, ਜਾਗੋ, ਆਪਣੇ ਆਪ ਨੂੰ ਸਮਝਿਓ, ਅਕਾਲ ਪੁਰਖ ਨੂੰ ਸਮਝਿਓ। ਕਿਉਂ? ਜਿਵੇਂ ਮਾਂ ਬਾਪ ਬੱਚਾ ਨੂੰ ਸਿਖਾਉਣ ਵਾਸਤੇ ਉਹਨੂੰ ਸਕੂਲ ਭੇਜਦੇ ਹੈ, ਅਤੇ ਬੱਚਾ ਕਈ ਵਾਰੀ ਚਾਹੁੰਦਾ, ਸੋਚਦਾ, ਛੋਟਾ ਬੱਚਾ ਸੋਚਦਾ ਮੈਂ ਕਿਉਂ ਸਕੂਲ ਜਾਵਾਂ, ਮੈਂ ਕਿਉਂ ਸਵੇਰੇ ਉੱਠਾਂ, ਮੈਂ ਨਹੀਂ ਜਾਣਾ ਹੈ। ਉਹ ਸਮਝਦੇ ਮੈਂ ਠੀਕ ਹਾਂ, ਮੈਂ ਸੁੱਤਾ ਰਹਾਂ, ਮੈਂ ਸਕੂਲ ਕਿਉਂ ਜਾਵਾਂ। ਪਰ ਮਾਂ ਪਿਓ ਸਮਝਦੇ ਨੇ ਕਿ ਜਾਣਾ ਜ਼ਰੂਰੀ ਹੈ, ਕਿਉਂਕਿ ਫਿਰ ਅੱਗੋਂ ਪੜ੍ਹੇਗਾ, ਵੱਡਾ ਹੋਏਗਾ, ਕੰਮ ਕਰੇਗਾ, ਕਮਾਈ ਕਰੇਗਾ, ਇਸ ਜ਼ਿੰਦਗੀ ਵਿੱਚ ਜਿਉਣਾ ਤੇ ਫਿਰ ਪੜ੍ਹਨਾ ਪਏਗਾ, ਸਕੂਲ ਜਾਣਾ ਪਏਗੀ, ਨਹੀਂ ਤੇ ਅਨਪੜ੍ਹ ਰਹਿ ਕੇ ਮਤਲਬ ਕਿ ਜ਼ਿੰਦਗੀ ਦੀ ਖੂਬਸੂਰਤੀ ਨੂੰ ਪੂਰਾ ਨਹੀਂ ਜੀ ਪਾਵਾਂਗੇ ਨਾ। ਅਤੇ ਇਸੇ ਤਰ੍ਹਾਂ ਫਿਰ ਬੱਚੇ ਨੂੰ ਮਾਂ ਪਿਓ ਦਾ ਕਹਿਣਾ ਮੰਨਣਾ ਪੈਂਦਾ। ਇਸੇ ਤਰ੍ਹਾਂ ਗੁਰੂ ਸਾਨੂੰ ਸਮਝਾ ਰਿਹਾ ਕਿ ਅਕਾਲ ਪੁਰਖ ਦੀ ਲੋੜ ਹੈਗੀ। ਹੁਣ ਸਾਡੇ ਮਾਂ ਪਿਓ ਸਾਨੂੰ ਸਮਝਾਉਂਦੇ ਨੇ ਰੱਬ ਨਾਲ ਜੋੜ। ਹਰ ਇੱਕ ਦੇ ਮਾਂ ਪਿਓ ਜ਼ਰੂਰ ਬਚਪਨ ਤੋਂ ਹੀ ਸਮਝਾਉਂਦੇ ਹੋਣਗੇ ਕਿ ਰੱਬ ਨਾਲ ਜੋੜਨਾ, ਰੱਬ ਦੀ ਅਰਦਾਸ ਅੱਗੇ ਅਰਦਾਸ ਕਰਨੀ, ਸਵੇਰੇ ਉੱਠਦੇ ਹੋ ਰੱਬ ਨੂੰ, ਅਕਾਲ ਪੁਰਖ ਨੂੰ ਗੁੱਡ ਮਾਰਨਿੰਗ ਕਰਨੀ ਹੈ, ਸਤਿ ਸ਼੍ਰੀ ਅਕਾਲ ਜੀ ਕਰਨੀ ਹੈ, ਸ਼ੁਕਰੀਆ ਕਰਨੀ ਹੈ। ਹਮੇਸ਼ਾ ਰੋਜ਼ ਸੌਣ ਤੋਂ ਪਹਿਲਾਂ ਅਸੀਂ ਰਹਿਰਾਸ ਕਰਨੇ, ਸੋਹਿਲਾ ਕਰਨੇ, ਬਾਣੀ ਸੌਣ ਤੋਂ ਪਹਿਲਾਂ ਕਿ ਹੇ ਸੱਚੇ ਪਾਤਸ਼ਾਹ ਮੇਰੀ ਆਤਮਾ ਦੀ ਰੱਖਿਆ ਕਰੀ। ਇਹ ਸਾਰੀ ਬਾਣੀ ਅਸੀਂ ਪੜ੍ਹਦੇ ਹਾਂ, ਥੋੜ੍ਹਾ ਸਮਝਦੇ ਵੀ ਹਾਂ ਕਿ ਅਕਾਲ ਪੁਰਖ ਨੂੰ ਯਾਦ ਕਰਨਾ ਜ਼ਰੂਰੀ ਹੈਗਾ। ਬਚਪਨ ਤੋਂ ਮੈਨੂੰ ਜਿੱਥੇ ਤੱਕ ਯਾਦ ਹੈ ਅਸੀਂ ਸਿੱਖਿਆ ਸੀ ਕਿ ਰੱਬ ਨੂੰ ਯਾਦ ਕਰਨਾ। ਇਹਨਾਂ ਤਾਂ ਸਾਨੂੰ ਪਤਾ ਹੀ ਸੀ, ਪਰ ਦੁਨੀਆ ਵਿੱਚ ਜਿਹੜੇ ਇਨਸਾਨ ਇੰਨੀ ਗੱਲ ਵੀ ਨਾ ਸਮਝੇ ਕਿ ਰੱਬ ਨੂੰ ਯਾਦ ਕਰਨਾ ਹੈ ਅਤੇ ਰੱਬ ਨੂੰ ਯਾਦ ਕੀਤਾ ਹੀ ਨਹੀਂ, ਅਤੇ ਫਿਰ ਉਸ ਦੀ ਗੁਰੂ ਜੀ ਕਹਿ ਰਹੀ ਜ਼ਿੰਦਗੀ ਕੀਟਾ ਵਰਗਾ ਹੈ, ਬਹੁਤ ਕੀਮਤੀ ਨਹੀਂ ਹੈ। ਅਤੇ ਅਸੀਂ ਰੱਬ ਨੂੰ ਯਾਦ ਕਰ ਰਹੇ ਹਾਂ ਪਰ ਉੱਤੋਂ ਕਰ ਰਹੇ ਹਾਂ ਕਿ ਹੈ ਕੋਈ ਫਲ ਮਿਲਦਾ ਉਸ ਨੂੰ ਯਾਦ ਕਰਨ ਦੇ ਨਾਲ, ਪਰ ਹਾਲੇ ਇੰਨੀ ਲੋੜ ਨਹੀਂ ਹੈ। ਅਤੇ ਫਿਰ ਸਾਡੀ ਜ਼ਿੰਦਗੀ ਵੀ ਕੀੜੇ ਮਕੌੜੇ ਵਰਗਾ ਹੋ ਗਏ, ਕਿਉਂਕਿ ਉਸ ਦੀ ਲੋੜ ਨੂੰ ਪਹਿਚਾਨਣਾ ਸਿਆਣਪ ਪੈਗਾ। ਅਸਲੀ ਸਿਆਣਪ। ਜੇ ਅਸੀਂ ਉਸ ਦੀ ਲੋੜ ਨੂੰ ਨਹੀਂ ਪਹਿਚਾਣਿਆ ਫਿਰ ਕਾਹਦੀ ਸਿਆਣਪ। ਫਿਰ ਅਸੀਂ ਸਮਝਿਆ ਕਿ ਅਸੀਂ ਸਰੀਰ ਹਾਂ, ਅਸੀਂ ਜੀ ਜਾ ਰਹੇ ਹਾਂ, ਖੁਸ਼ੀਆਂ ਮਨਾਈ ਜਾ ਰਹੇ ਹਾਂ, ਅਤੇ ਦੁੱਖ ਵੀ ਸਹਿ ਲੈਂਦੇ ਹਾਂ, ਅਤੇ ਐਸਾ ਕਿਸਕ ਕੇ ਜ਼ਿੰਦਗੀ ਚਲੀ ਜਾ ਰਹੀ ਹੈ। ਉਸ ਦੀ ਕੋਈ ਫਾਇਦਾ ਨਹੀਂ। ਅਕਾਲ ਪੁਰਖ ਕਹਿੰਦੇ ਅਸੀਂ ਇਸ ਗੱਲ ਨੂੰ ਇੰਨਾ ਨਹੀਂ ਸਮਝ ਸਕਦੇ, ਕਿਉਂਕਿ ਜੋ ਖੁਸ਼ੀ ਨਾਲ ਜੀ ਰਿਹਾ ਹੈ ਅਤੇ ਜੋ ਅਕਾਲ ਪੁਰਖ
ਦੇ ਗਿਆਨ ਤੋਂ ਬਿਨਾਂ ਜੀ ਰਿਹਾ, ਸਕਸੈਸਫੁਲ ਹੈ, ਬਹੁਤ ਕੁਝ ਮਿਲ ਰਿਹਾ, ਉਹਨੇ ਅੱਗੋਂ ਜਾ ਕੇ ਪਤਾ ਲੱਗਣਾ ਉਹਨੂੰ ਕਿ ਅੱਗੇ ਜਾ ਕੇ ਗੁਰੂ ਮਤਲਬ ਜਿਸ ਤਰ੍ਹਾਂ ਸਾਡੇ ਮਾਂ ਪਿਓ ਅੱਗੇ ਦਾ ਪਤਾ ਉਹਨਾਂ ਨੂੰ ਹੈ, ਕਿਉਂਕਿ ਉਹਨਾਂ ਨੇ ਜ਼ਿੰਦਗੀ ਬਿਤਾਈ ਹੈ ਕਿ ਪੜ੍ਹਾਈ ਦੀ ਲੋੜ ਹੈਗਾ। ਇਸ ਤਰ੍ਹਾਂ ਗੁਰੂ ਨੂੰ, ਅਕਾਲ ਪੁਰਖ ਨੂੰ ਅੱਗੇ ਦੀ ਗੱਲ ਦਾ ਪਤਾ ਹੈ ਕਿ ਅੱਗੇ ਵਿੱਚ ਇਹਨੂੰ ਕੀ ਹੋਏਗਾ, ਅਤੇ ਉਸ ਵੇਲੇ ਫਿਰ ਰੱਬ ਨੂੰ ਯਾਦ ਕਰੇਗਾ ਅਤੇ ਥੋੜ੍ਹਾ ਲੇਟ ਹੈ। ਫਿਰ ਜਿਵੇਂ ਕਿ ਅਸੀਂ ਲੜਾਈ ਦੇ ਮੈਦਾਨ ਵਿੱਚ ਜਾਈਏ ਅਤੇ ਲੜਾਈ ਦੇ ਮੈਦਾਨ ਵਿੱਚ ਅਸੀਂ ਸ਼ਸਤਰ ਉਠਾਉਣਾ ਅਤੇ ਸ਼ਸਤਰ ਚਲਾਉਣਾ ਸਿੱਖਿਆ ਹੀ ਨਹੀਂ, ਫਿਰ ਅਸੀਂ ਤਾਂ ਹਾਰ ਜਾਵਾਂਗੇ। ਪਰ ਜੇ ਅਸੀਂ ਪਹਿਲਾਂ ਸਿੱਖਿਆ ਕਿ ਸ਼ਸਤਰ ਕਿਸ ਤਰ੍ਹਾਂ ਚਲਾਉਣੀ ਹੈ, ਅਤੇ ਫਿਰ ਲੜਾਈ ਦੇ ਮੈਦਾਨ ਵਿੱਚ ਅਸੀਂ ਸ਼ਸਤਰ ਨੂੰ ਉਠਾ ਕੇ ਚਲਾ ਪਾਵਾਂਗੇ। ਹੁਣ ਪਹਿਲਾਂ ਸਿੱਖਣਾ ਪੈਂਦਾ ਹੈ ਮੈਦਾਨ ਵਿੱਚ ਜਿੱਤ ਪਾਉਣ ਵਾਸਤੇ। ਹੁਣ ਦੇ ਵਿੱਚ ਜਿੱਤ ਪਾਉਣ ਵਾਸਤੇ ਪਹਿਲਾਂ ਸਿੱਖਣਾ ਪੈਂਦਾ। ਇਸ ਤਰ੍ਹਾਂ ਤੇ ਅਕਾਲ ਪੁਰਖ ਵੀ ਕਹਿ ਰਹੇ ਨੇ ਕਿ ਮੈਨੂੰ ਤੁਸੀਂ ਪਹਿਲਾਂ ਸਮਝਣੀ ਪੈਗੀ, ਦੁੱਖ ਆਉਣ ਤੋਂ ਪਹਿਲਾਂ, ਫਿਰ ਤੁਹਾਨੂੰ ਦੁੱਖ ਨਹੀਂ ਹੋਏਗੀ, ਫਿਰ ਤੁਸੀਂ ਕਾਮਯਾਬ ਹੋਗੇ। ਜੇ ਤੁਸੀਂ ਪਹਿਲਾਂ ਮੈਨੂੰ ਨਹੀਂ ਪਹਿਚਾਣਿਆ, ਪਹਿਲਾਂ ਹੀ ਮੈਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਪਹਿਲਾਂ ਹੀ ਮੇਰੇ ਤੋਂ ਸ਼ਕਤੀ ਨਹੀਂ ਲੈ ਰਹੇ, ਮੈਨੂੰ ਮਤਲਬ ਅਕਾਲ ਪੁਰਖ ਕਿਉਂ ਕਹਿ ਰਹੇ ਨੇ ਮੈਨੂੰ ਯਾਦ ਕਰ, ਮੈਨੂੰ ਪਹਿਚਾਣ, ਕਿਉਂਕਿ ਉਸ ਦੀ ਸ਼ਕਤੀ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਵਿੱਚ ਸਫਲਤਾ ਪਾ ਪਾਵਾਂਗੇ। ਫਿਰ ਹਰ ਇੱਕ ਹੋਣ ਦੇ ਵਿੱਚ ਅਸੀਂ ਜਿੱਤ ਪਾਵਾਂਗੇ। ਮਤਲਬ ਅਗਲੇ ਘੜੀ ਜਿਹੜਾ ਆਏਗਾ, ਜਿਹੜਾ ਸਾਡੇ ਨੂੰ ਦੁੱਖ ਹੋਏਗਾ, ਉਸ ਘੜੀ ਵਿੱਚ ਅਸੀਂ ਆਟੋਮੈਟਿਕਲੀ ਅਕਾਲ ਪੁਰਖ ਆਉਣਗੇ, ਸਾਨੂੰ ਮਦਦ ਕਰਨਗੇ ਅਤੇ ਅਸੀਂ ਉਸ ਪ੍ਰੋਬਲਮ ਤੋਂ ਉੱਠ ਜਾਵਾਂਗੇ। ਮਤਲਬ ਇਹ ਉਹਨਾਂ ਦੀ ਗਾਰੰਟੀ ਹੈ, ਇੱਕ ਗਾਰੰਟੀ ਹੈ ਕਿ ਜ਼ਿੰਦਗੀ ਕੀੜੇ ਮਕੌੜੇ ਵਰਗਾ ਨਹੀਂ ਹੋਏਗਾ, ਉਸ ਤੋਂ ਬਹੁਤ ਵਧੀਆ ਹੋਏਗਾ। ਮਤਲਬ ਇਸ ਵਾਸਤੇ ਅਸੀਂ ਸੰਤ ਮਹਾਤਮਾ, ਮਹਾਨ ਆਤਮਾ, ਗੁਰੂਆਂ ਦੀ ਇੱਜ਼ਤ ਕਰਨੇ ਆ। ਪਰ ਅਸੀਂ ਇੱਜ਼ਤ ਕਰਨੇ ਆ, ਪਰ ਉਹਨਾਂ ਵਰਗਾ ਕਿਉਂ ਨਹੀਂ ਬਣਨਾ ਚਾਹੁੰਦੇ? ਜੇ ਕਿਸੇ ਦੀ ਇੱਜ਼ਤ ਕਰੀਏ ਅਤੇ ਕਿਸੇ ਨੂੰ ਰੋਲ ਮਾਡਲ ਸਮਝੇ ਅਤੇ ਫਿਰ ਉਹਨਾਂ ਵਰਗਾ ਤਾਂ ਬਣਨਾ ਚਾਹੀਦਾ। ਅਤੇ ਜੇ ਉਹਨਾਂ ਨੇ ਹੁਣ ਗੁਰੂ ਨਾਨਕ ਦੇਵ ਜੀ ਨੇ ਬਚਪਨ ਤੋਂ ਹੀ ਅਕਾਲ ਪੁਰਖ ਦੀ ਲੜ ਪਕੜ ਲਈ ਹੈ। ਉਹਨਾਂ ਨੇ ਛੋਟੇ ਉਮਰ ਤੋਂ ਹੀ ਰੱਬੀ ਪਾਸੇ ਟੁਰ ਪਏ, ਤਦੇ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੂੰ ਦੁੱਖ ਲੱਗਿਆ ਹੀ ਨਹੀਂ। ਬੇਸ਼ੱਕ ਲੋਕਾਂ ਨੇ ਕੁਛ ਵੀ ਆਖਿਆ, ਉਹਨਾਂ ਨੇ ਦੇ ਨਾਲ ਕੋਈ ਵੀ ਗੱਲ ਕੀਤੀ, ਪਰ ਉਹਨਾਂ ਨੂੰ ਤਾਂ ਨਹੀਂ ਦੁੱਖ ਲੱਗੇ, ਕਿਉਂਕਿ ਉਹਨਾਂ ਨੇ ਅਕਾਲ ਪੁਰਖ ਦੀ ਲੜ ਪਕੜ ਲਈ ਸੀ। ਉਹਨਾਂ ਨੇ ਆਪਣਾ ਜ਼ਿੰਦਗੀ ਨੂੰ ਸਫਲ ਪਾ ਲਈ ਸੀ ਸ਼ੁਰੂ ਤੋਂ। ਇਸੇ ਤਰ੍ਹਾਂ ਆਪਾਂ ਵੀ ਹੁਣ ਵੀ ਲੇਟ ਨਹੀਂ ਹੈ, ਹੁਣ ਤੋਂ ਜਾਗੀਏ। ਆਪ ਜਾਗਾਂਗੇ ਅਤੇ ਅਵਰਾ ਨਾਮ ਜਪਾਵੋ, ਦੂਸਰੇ ਨੂੰ ਵੀ ਅਸੀਂ ਕਵਾਂਗੇ ਚਲੋ ਇਹ ਬਹੁਤ ਜ਼ਰੂਰੀ ਹੈ, ਚੱਲੀਏ ਰੱਬ ਦੀ ਰਾਹ 'ਤੇ ਚੱਲੀਏ। ਇਹ ਜਾਗਣ ਵੀ ਉਸ ਦੀ ਕਿਰਪਾ ਦੇ ਨਾਲ ਹੁੰਦੀ ਹੈ। ਜਿਵੇਂ ਮੈਂ 30 ਸਾਲ ਦੀ ਉਮਰ ਵਿੱਚ ਅਚਾਨਕ ਮੈਨੂੰ ਜਾਗ ਆਈ ਕਿ ਮੇਰਾ ਉਸ ਟਾਈਮ ਮੇਰਾ ਮੁੰਡਾ 10 ਸਾਲ ਦਾ ਸੀ, ਅਤੇ ਮੈਨੂੰ ਫਿਕਰ ਸੀ ਕਿ ਮੇਰੇ ਮੁੰਡਾ ਸ਼ਰਾਬ ਨਾ ਪੀਏ, ਵਾਲ ਕੱਟੇਗਾ, ਭੈੜੀ ਸੰਗਤ ਵਿੱਚ ਚਲਾ ਜਾਏਗਾ। ਅਤੇ ਅਕਾਲ ਪੁਰਖ ਨੇ ਮੈਨੂੰ ਇੰਨਾ ਸੋਹਣਾ ਬੱਚਾ ਦਿੱਤਾ, ਇੰਨਾ ਪਿਆਰਾ ਬੱਚਾ। ਸਾਨੂੰ ਆਪਣੇ ਬੱਚੇ ਨਾਲ ਕਿੰਨਾ ਪਿਆਰ ਹੈ, ਛੋਟੇ ਛੋਟੇ ਬੱਚੇ ਕਿੰਨੇ ਪਿਆਰੇ ਲੱਗਦੇ ਨੇ, ਕਿੰਨੇ ਮਾਸੂਮ ਨੇ, ਕਿੰਨੇ ਖੁਸ਼ੀ ਮਿਲਦੀ ਹੈ ਉਹਨਾਂ ਨੂੰ ਪਾਲਦਿਆਂ। ਅਤੇ ਇਹ ਵੱਡਾ ਜਦੋਂ ਹੁੰਦੇ ਨੇ ਅਤੇ ਸਾਨੂੰ ਫਿਰ ਫਿਕਰ ਲੱਗ ਜਾਂਦਾ ਕਿ ਬੁਰੀ ਸੰਗਤ ਉਸਨੂੰ ਖਰਾਬ ਨਾ ਕਰੇ, ਕਿ ਉਹ ਬਾਹਰ ਜਾਏਗਾ ਸਕੂਲ ਤੋਂ ਪਤਾ ਨਹੀਂ ਕੀ ਸਿੱਖੇਗਾ। ਅਤੇ ਅਸੀਂ ਉਸ ਦੀ ਰੱਖਿਆ ਕਰਨਾ ਚਾਹਵਾਂਗੇ ਕਿ ਉਹ ਮਤਲਬ ਕਿ ਸੇਫ ਰਹੇ, ਅਤੇ ਸੇਫਟੀ ਵਿੱਚ ਕਿਵੇਂ ਉਹਨੂੰ ਲਿਆਈਏ, ਕਿਵੇਂ ਉਹਨੂੰ ਅਸੀਂ ਪਾਲਣਾ ਕਰੀਏ ਤਾਂ ਕਿ ਉਹ ਖਰਾਬ ਅੱਗੋਂ ਜਾ ਕੇ ਭੈੜੇ ਕੰਮ ਨਾ ਕਰਨ, ਅੱਛੇ ਇਨਸਾਨ ਬਣਨ। ਉਹ ਮਾਂ ਦਾ ਦਰਜਾ ਕਿ ਮੈਂ ਮਾਂ-ਪਿਓ ਹਾਂ, ਪਿਤਾ ਜੀ ਹਾਂ, ਜੋ ਵੀ ਮੈਂ ਹਾਂ, ਮੈਨੂੰ ਵੀ ਐਸਾ ਫਿਕਰ ਹੋਇਆ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਕਿਵੇਂ ਪਾਲਾਂ, ਕਿਵੇਂ ਇੰਨਾ ਖੂਬਸੂਰਤ ਬੱਚਾ ਅਕਾਲ ਪੁਰਖ ਨੇ ਮੈਨੂੰ ਦਿੱਤਾ, ਮੇਰੀ ਰਾਹੀ ਇੰਨਾ ਸੋਹਣਾ ਬੱਚਾ ਪੈਦਾ ਹੋਇਆ, ਉਹਨੂੰ ਮੈਂ ਕਿਵੇਂ
ਕਿਵੇਂ ਉਹਨੂੰ ਸੇਫ ਰੱਖਾਂ, ਕਿਵੇਂ ਉਹਨੂੰ ਸਹੀ ਤਰੀਕੇ ਨਾਲ ਜ਼ਿੰਦਗੀ ਬਿਤਾਉਣ ਦੀ ਤਰੀਕਾ ਸਮਝਾਵਾਂ। ਅਤੇ ਉਸ ਵੇਲੇ ਮੈਨੂੰ ਜਾਗ ਆਈ ਕਿ ਕਿਤਾਬਾਂ ਤੋਂ ਇਹ ਗਿਆਨ ਨਹੀਂ ਮਿਲਣੀ। ਜਿੰਨਾ ਮਰਜ਼ੀ ਅਸੀਂ ਪੜ੍ਹੀਏ, ਪੜ੍ਹ ਗੱਡੀ ਲੱਦੀ ਹੈ, ਜਿੰਨਾ ਮਾਸਟਰ ਡਿਗਰੀ ਕੀਤੀ ਸੀ ਇੰਗਲਿਸ਼ ਐਜੂਕੇਸ਼ਨ ਦੇ ਵਿੱਚ ਇਨ ਇੰਗਲਿਸ਼, ਫਿਰ ਵੀ ਅਸੀਂ ਆਪਣੇ ਬੱਚੇ ਨੂੰ ਇਹ ਬਾਹਰਲੀ ਡਿਗਰੀਆਂ ਨਾਲ ਅਸੀਂ ਪਾਲ ਰਹੇ ਹਾਂ, ਪਰ ਉਹ ਪਾਲਣਾ ਨਹੀਂ ਹੈ। ਅਤੇ ਜੇ ਸਾਡੇ ਮਤ ਬੁੱਧ ਜਾਗ ਪਏ ਇਸ ਗੱਲ ਤੋਂ ਕਿ ਉਹ ਕਾਫੀ ਨਹੀਂ ਹੈ, ਵਧੀਆ ਕਿਤਾਬਾਂ ਪੜ੍ਹ ਲਈਏ, ਮੈਨੀ ਮਾਸਟਰਸ ਮੈਨੀ ਲਾਈਵਸ, ਕਨਵਰਸੇਸ਼ਨਸ ਵਿਦ ਗੋਡ, ਐਮਪਾਵਰਮੈਂਟ ਆਫ ਵੂਮੈਨ, ਇਹੋ ਜਿਹੇ ਅੱਛੀ ਕਿਤਾਬਾਂ ਵੀ ਅਸੀਂ ਪੜ੍ਹ ਲਈਏ, ਲਾਈਫ ਆਫਟਰ ਡੈਥ, ਪਰ ਇਹਦੇ ਵਿੱਚ ਸੱਚਾਈ ਕਿੰਨੀ ਕੁ ਹੈ? ਔਰ ਇਸ ਦੀ ਬੁਨਿਆਦ ਅਸੀਂ ਆਪਣੇ ਬੱਚੇ ਨੂੰ ਪਾਲ ਰਹੇ ਹਾਂ। ਅਸੀਂ ਕੋਰਸਿਸ ਕਰਨੇ ਆ, ਬਹੁਤ ਜ਼ਿਆਦਾ ਕੋਰਸਿਸ ਨੇ ਦੁਨੀਆ ਦੇ ਵਿੱਚ, ਆਰਟ ਆਫ ਲਿਵਿੰਗ ਜਾਂ ਰੇਖੀ ਜਾਂ ਕੋਈ ਰੇਖੀ ਮਾਸਟਰ, ਇਸ ਤਰ੍ਹਾਂ ਕਰਕੇ ਬਹੁਤ ਸਾਰੇ ਕੋਰਸਿਸ ਦੇ ਅਸੀਂ ਇੰਨੇ ਪੈਸੇ ਖਰਚ ਕਰਨੇ ਕੋਰਸ ਕਰਨ ਵਾਸਤੇ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸਫਲ ਕਰੀਏ ਅਤੇ ਤਾਂ ਕਿ ਅਸੀਂ ਆਪਣੇ ਬੱਚੇ ਦੀ ਜ਼ਿੰਦਗੀ ਨੂੰ ਸਫਲ ਕਰੀਏ। ਪਰ ਗੁਰਬਾਣੀ ਇੰਨੀ ਸਿੰਪਲ ਹੈ, ਫ੍ਰੀ ਹੈ, ਅਤੇ ਇੱਥੇ ਬ੍ਰਹਮਾ ਕੁਮਾਰੀਜ਼ ਦੀ ਸੰਸਥਾ ਵੀ ਫ੍ਰੀ ਪੜ੍ਹਾਉਂਦੇ ਨੇ। ਜੋ ਰੱਬੀ ਸੰਸਥਾ ਹੈ, ਜੋ ਰੱਬੀ ਗਿਆਨ ਦੇਣ ਵਾਲਾ, ਉਹ ਕਦੀ ਪੈਸਾ ਨਹੀਂ ਲਏਗਾ ਸਾਡੇ ਕੋਲ, ਕਿਉਂਕਿ ਰੱਬ ਦੀ ਗਿਆਨ ਦੇਣਾ ਇੱਕ ਬੜੀ ਵੱਡੀ ਸੇਵਾ ਹੈ। ਇਹ ਸਭ ਤੋਂ ਵੱਡੀ ਸੇਵਾ ਹੈ। ਕਿਸੇ ਗਰੀਬ ਨੂੰ ਅਸੀਂ ਦਾਨ ਦਈਏ, ਉਹ ਪੈਸਾ ਝੱਟ ਮੁਕਾ ਲਏਗਾ। ਉਹ ਖਾਣਾ ਅਸੀਂ ਦਈਏ ਅਤੇ ਖਾਣਾ ਵੀ ਝੱਟ ਖ਼ਤਮ ਕਰ ਲਏਗਾ। ਪਰ ਜੇ ਅਸੀਂ ਰੱਬੀ ਗਿਆਨ ਦਿੱਤੀ ਉਹਨੂੰ, ਇਹਦਾ ਮਤਲਬ ਅਸੀਂ ਉਹਨਾਂ ਨੂੰ ਖੁਸ਼ੀ ਦਿੱਤੀ। ਰੱਬੀ ਗਿਆਨ ਦਾ ਮਤਲਬ, ਇੱਕ ਓਂਕਾਰ ਨੂੰ ਪਹਿਚਾਣਨ ਦਾ ਮਤਲਬ ਅੰਦਰੂਨੀ ਖੁਸ਼ੀ, ਆਨੰਦ। ਅਤੇ ਕਿਸੇ ਨੂੰ ਆਨੰਦ ਦੇਣਾ ਕਿੰਨੀ ਵੱਡੀ ਗੱਲ ਹੈ ਨਾ। ਜ਼ਿੰਦਗੀ ਵਿੱਚ ਅਸੀਂ ਕੀ ਚਾਹੁੰਦੇ ਹਾਂ? ਆਨੰਦ ਹੀ ਤਾਂ ਚਾਹੁੰਦੇ ਹਾਂ। ਖਾਣਾ ਵੀ ਖਾਂਦੇ ਹਾਂ, ਜਿਉਂਦੇ ਹਾਂ, ਕੱਪੜੇ ਪਾਉਂਦੇ ਹਾਂ ਸੋਹਣਾ, ਇਹ ਉਹ ਕਰਨੇ ਆ ਖੁਸ਼ ਰਹਿਣ ਵਾਸਤੇ। ਅਤੇ ਲਾਭ, ਇਹਦਾ ਮਤਲਬ ਆਨੰਦ ਹੀ ਤਾਂ ਚਾਹੀਦਾ। ਅਤੇ ਅਸੀਂ ਅਕਾਲ ਪੁਰਖ ਨੂੰ ਜੇ ਯਾਦ ਕਰਾਂਗੇ, ਇਸ ਰੱਬੀ ਰਾਹ 'ਤੇ ਟੁਰ ਪਾਂਗੇ, ਫਿਰ ਅਸੀਂ ਪਹਿਲਾਂ ਜਦੋਂ ਸਾਡਾ ਮਨ ਦਾ ਅਵਸਥਾ ਇੰਨਾ ਡਿੱਗੇ ਨੇ, ਇੰਨਾ ਹਾਲਾਤ ਬੁਰਾ ਨਹੀਂ ਹੈ, ਅਸੀਂ ਉਸ ਵੇਲੇ ਰੱਬ ਨੂੰ ਯਾਦ ਕਰਾਂਗੇ। ਫਿਰ ਅਸੀਂ ਜਦੋਂ ਮੈਦਾਨ ਵਿੱਚ ਚਲੇ ਜਾਵਾਂਗੇ, ਜਦੋਂ ਸਾਨੂੰ ਦੁੱਖ ਦੀ ਮਾਹੌਲ ਸਾਨੂੰ ਤੰਗ ਕਰੇਗੀ, ਅਸੀਂ ਉਸ ਤੋਂ ਉੱਤੇ ਚੜ੍ਹ ਪਾਵਾਂਗੇ। ਉਸ ਸਮੇਂ ਅਸੀਂ ਜਿੱਤ ਪਾਵਾਂਗੇ, ਆਪਣੀ ਦੁੱਖ ਦੇ ਉੱਤੇ ਅਸੀਂ ਉੱਠ ਪਾਵਾਂਗੇ। ਇਹ ਬੜੀ ਵੱਡੀ ਗੱਲ ਹੈ ਕਿ ਗੁਰੂ ਦੀ ਗੱਲ ਨੂੰ ਪਹਿਲਾਂ ਪਛਾਣਨਾ। ਸਮੇਂ ਨੂੰ ਵੰਦਿਆਂ ਇਹ 3-4 ਲਾਈਨਾਂ ਫਿਰ ਅਸੀਂ ਗੌਰ ਕਰਾਂਗੇ ਅਗਲੀ ਐਪੀਸੋਡ ਦੇ ਵਿੱਚ। ਅਤੇ ਆਪ ਜੀ ਨੇ ਇੰਨਾ ਸੋਹਣਾ ਸਾਥ ਦਿੱਤਾ, ਰਲ ਕੇ ਆਪਾਂ ਬਹੁਤ ਵੱਡੀ ਗੱਲ ਕਰ ਰਹੇ ਹਾਂ। ਗੁਰਬਾਣੀ ਦੀ ਖੋਜ, ਗੁਰੂ ਦੀ ਗੱਲ ਕਰ ਰਹੇ, ਅਕਾਲ ਪੁਰਖ ਦੀ ਗੱਲ ਕਰ ਰਹੇ, ਆਪਣਾ ਜ਼ਿੰਦਗੀ ਨੂੰ ਠੀਕ ਕਰਨ ਵਾਸਤੇ। ਅਤੇ ਆਪ ਜੀ ਦਾ ਬਹੁਤ ਥੈਂਕ ਯੂ। ਅਤੇ ਅਗਲੀ ਕੜੀ ਵਿੱਚ ਫਿਰ ਮਿਲਾਂਗੇ, ਇੱਕ ਓਂਕਾਰ, ਇੱਕ ਪਰਮਾਤਮਾ ਦੀ ਅੱਗੋਂ ਖੋਜ ਕਰਦਿਆਂ। ਥੈਂਕ ਯੂ ਜੀ। ਓਮ ਸ਼ਾਂਤੀ, ਸਤਿ ਸ੍ਰੀ ਅਕਾਲ।